ਅੱਜ ਦੀ ਕਹਾਣੀ ਹੈ ਗੁਲਜ਼ਾਰ ਸਿੰਘ ਸੰਧੂ ਦੀ ਧੰਨੇ ਦਾ ਚਾਚਾ। ਜਿਸ ਮਾਂ ਦਾ ਇੱਕੋ ਇੱਕ ਪੁੱਤ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਪ੍ਰਦੇਸ਼ ਜਾ ਵੜੇ, ਉਹਦੇ ਨਾਲੋਂ ਦੁਖਿਆਰੀ ਕੌਣ ਹੋ ਸਕਦੀ ਹੈ ਭਲਾ। ਜਿਸ ਚਾਚੇ ਦਾ ਧੀਆਂ ਦੇ ਮੂੰਹ ਤੋਂ ਦੁੱਧ ਘਿਓ ਖੋ ਖੋ ਕੇ ਪਾਲਿਆ ਭਤੀਜਾ ਆਪਣੇ ਹਿੱਸੇ ਦੀ ਜ਼ਮੀਨ ਗਹਿਣੇ ਧਰ ਦੇਵੇ, ਉਹਦੇ ਤੋਂ ਵੱਡਾ ਸੱਲ ਕੀ ਹੋ ਸਕਦਾ। ਤੇ ਜਿਨ੍ਹਾਂ ਕੁੜੀਆਂ ਦਾ ਸਕਾ ਵੀਰ ਕੋਈ ਨਾ ਹੋਵੇ ਤੇ ਤਾਏ ਦਾ ਪੁੱਤ ਇੱਕ ਦਿਨ ਵਿਸਾਖੀ ਵੇਖਣ ਗਿਆ, ਬਸ ਲੰਡਨ ਜਾ ਕੇ ਚਿੱਠੀ ਲਿਖ ਦੇਵੇ, ਉਹਨਾਂ ਦਾ ਤੇ ਦਿਲ ਪੁੱਛੇ ਜਾਣਦਾ ਨਾ। ਬੇਰੁਜ਼ਗਾਰੀ ਤੋਂ ਤੰਗ ਹੋਇਆ ਬਾਹਰੋਂ ਬਾਹਰ ਪਾਸਪੋਰਟ ਬਣਵਾ ਕੇ ਧੰਨਾ ਵਲੈਤ ਚਲਾ ਗਿਆ। ਉਸ ਦੇ ਘਰੋਂ ਪਹਿਲੀ ਚਿੱਠੀ ਆਈ। ਉਸ ਦੀ ਮਾਂ ਉਹਦੇ ਗਮ 'ਚ ਮਰ ਗਈ ਸੀ। ਇਹ ਚਿੱਠੀ ਉਹਦੇ ਚਾਚੇ ਨੇ ਪਿੰਡ ਦੇ ਬਾਣੀਆਂ ਤੋਂ ਲਿਖਵਾ ਕੇ ਭੇਜੀ ਸੀ। ਉਹ ਲਿਖਤ ਵੀ ਪਛਾਣਦਾ ਸੀ। ਚਿੱਠੀ 'ਚ ਲਿਖਿਆ ਸੀ ਕਿ ਅੰਤ ਸਮੇਂ ਉਹਦੀ ਮਾਂ ਉਹਨੂੰ ਮਿਲਣ ਲਈ ਬੜੇ ਤਰਲੇ ਲੈਂਦੀ ਸੀ। ਚਿੱਠੀ ਪੜ੍ਹ ਕੇ ਉਹ ਪੱਥਰ ਜਿਹਾ ਹੋ ਗਿਆ। ਦੂਜੀ ਸਵੇਰ ਜਦ ਉਹਦੇ ਸਾਰੇ ਸਾਥੀ ਕੰਮ 'ਤੇ ਚਲੇ ਗਏ ਤੇ ਉਹ ਕਮਰੇ ਦਾ ਕੁੰਡਾ ਲਾ ਕੇ ਅੰਦਰੇ ਅੰਦਰ ਭੁੱਬੀ ਰੋਇਆ। ਪ੍ਰਦੇਸ਼ ਬੈਠਿਆਂ ਨੂੰ ਤਾਂ ਵਤਨੀਆਂ ਦਾ ਮੋਹ ਹੀ ਮਾਣ ਨਹੀਂ ਹੁੰਦਾ। ਉਹ ਤੇ ਭਲਾ ਫਿਰ ਵੀ ਮਾਂ ਸੀ, ਉਹਦੀ ਆਂਦਰ ਦਾ ਇੱਕ ਟੁਕੜਾ। ਹੌਲੀ ਹੌਲੀ ਮਾਂ ਦਾ ਦੁੱਖ ਉਹਨੂੰ ਭੁੱਲਦਾ ਗਿਆ ਤੇ ਚਾਚੇ ਦਾ ਵਡੇਪਾ ਤੇ ਚਾਚੇ ਦੀਆਂ ਧੀਆਂ ਦੀ ਜਵਾਨੀ ਉਹਦੀਆਂ ਅੱਖਾਂ ਸਾਹਮਣੇ ਆਉਣ ਲੱਗੀ। ਪਹਿਲਾਂ ਹੀ ਜ਼ਮੀਨ ਵਿੱਚੋਂ ਟੱਬਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ। ਹੁਣ ਅੱਧੀ ਭੌਂ ਦੀ ਕਮਾਈ ਵਿੱਚੋਂ ਉਹਦਾ ਚਾਚਾ ਆਪਣੀਆਂ 5 ਧੀਆਂ ਨੂੰ ਕਿਵੇਂ ਵਿਆਹੁੰਦਾ। ਇਸ ਲਈ ਧੰਨਾ ਕਿਰਸ ਕਰਕੇ ਥੋੜ੍ਹੇ ਬਹੁਤ ਪੈਸੇ ਬਚਾਉਂਦਾ, ਪਰ ਐਨ ਭੇਜਣ ਸਮੇਂ ਇਹੋ ਪੈਸੇ ਉਹਦੇ ਕਿਸੇ ਅਜਿਹੇ ਮਿੱਤਰ ਨੂੰ ਚਾਹੀਦੇ ਹੁੰਦੇ ਜਿਹਨੂੰ ਉਹ ਨਾ ਕਰ ਸਕਦਾ। ਜੇ ਉਹਦੇ ਚਾਚੇ ਨੇ ਕੁੜੀਆਂ ਦੇ ਪੈਸੇ ਵੱਟ ਲਏ ਤਾਂ ਉਹਦੇ ਖਾਨਦਾਨ ਨੂੰ ਦਾਗ ਲੱਗ ਜਾਣਾ। ਉਹ ਕਈ ਵਾਰਾਂ ਸੋਚ ਕੇ ਉਦਾਸ ਹੋ ਜਾਂਦਾ। ਹੋਰ 6 ਮਹੀਨੇ ਪਿੱਛੋਂ ਉਹਦੇ ਚਾਚੇ ਦੀ ਇੱਕ ਹੋਰ ਚਿੱਠੀ ਆਈ, ਜਿਹਦੇ 'ਚ ਬਾਕੀ ਗੱਲਾਂ ਤੇ ਭਾਵੇਂ ਠੀਕ ਸਨ, ਪਰ ਇੱਕ ਗੱਲ ਉਹਨੂੰ ਚੰਗੀ ਨਾ ਲੱਗੀ। ਉਹਦੇ ਚਾਚੇ ਦੇ ਇੱਕ ਹੋਰ ਕੁੜੀ ਹੋ ਗਈ ਸੀ। ਉਹਨੇ ਚਿੱਠੀ ਦਾ ਜਵਾਬ ਕੋਈ ਨਾ ਦਿੱਤਾ। ਹੋਰ 1.5 ਸਾਲ ਪਿੱਛੋਂ ਚਿੱਠੀ ਆਈ ਕਿ ਉਹਦੇ ਚਾਚੇ ਦੇ ਘਰ ਇੱਕ ਹੋਰ ਧੀ ਜੰਮ ਪਈ ਹੈ। ਉਹਨੇ ਫਿਰ ਵੀ ਕੋਈ ਉੱਤਰ ਨਾ ਦਿੱਤਾ। ਸ਼ਾਇਦ ਉਹਦਾ ਚਾਚਾ ਉੱਤਰ ਮੰਗਦਾ ਹੀ ਨਹੀਂ ਸੀ। 2 ਕੁ ਪਿੱਛੋਂ ਇੱਕ ਹੋਰ ਚਿੱਠੀ ਆਈ ਕਿ ਉਹਦੇ ਘਰ ਉਸ ਦੀ ਇੱਕ ਹੋਰ ਭੈਣ ਆ ਗਈ ਹੈ। ਉਹਦੀ ਚਾਚੀ ਨੇ ਉਚੇਚੇ ਤੌਰ ਤੇ ਲਿਖਵਾਇਆ ਸੀ ਵੀ ਕੁੜੀ ਬੜੀ ਸੁਨੱਖੀ ਹੈ। ਉਹਨੇ ਚਿੱਠੀ ਤੋਂ ਪਿੱਛੋਂ ਚਾਚੇ ਦੀਆਂ ਧੀਆਂ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ। ਇਸ ਵੇਲੇ ਵੱਡੀ ਧੀ 17 ਵਰ੍ਹਿਆਂ ਦੀ ਹੋ ਗਈ ਸੀ। ਇਹ ਯਾਦ ਉਸ ਦੇ ਦਿਮਾਗ 'ਚ ਚੱਕਰ ਲਾਉਂਦੀ ਰਹੀ। ਉਹਦੇ ਤੋਂ ਪਿੱਛੋਂ 3-4 ਵਰ੍ਹੇ ਉਹਦੇ ਚਾਚੇ ਦੀ ਕੋਈ ਚਿੱਠੀ ਨਾ ਆਈ, ਨਾ ਕਿਸੇ ਦੇ ਜੰਮਣ ਦੀ, ਨਾ ਕਿਸੇ ਦੇ ਮਰਨ ਦੀ, ਤੇ ਨਾ ਕਿਸੇ ਦੇ ਵਿਆਹ ਦੀ। ਖਬਰਸਾਰ ਤੇ ਆਉਣੀ ਚਾਹੀਦੀ ਸੀ ਨਾ, ਭਾਵੇਂ ਘਰ 'ਚ ਕੋਈ ਐਸੀ ਵੈਸੀ ਗੱਲ ਹੋ ਗਈ ਹੋਵੇ। ਧੰਨਾ ਸੋਚਦਾ। ਅੰਤ ਉਹਨੇ ਉਸੇ ਘਰ ਜਾਣਾ, 4 ਪੈਸੇ ਕਮਾ ਕੇ ਲਿਜਾਊਗਾ, ਤਾਈਓ ਉਹਦਾ ਵਿਆਹ ਹੋਣਾ। ਵਿਆਹ 'ਚ ਭੈਣਾਂ ਤੋਂ ਬਿਨਾਂ ਉਹਦੀਆਂ ਘੋੜੀਆਂ ਵੀ ਕੌਣ ਗਾਊਗਾ। ਚਾਚੀ ਬਿਨਾਂ ਦਰ ਲੰਘਦਿਆਂ ਪਾਣੀ ਕੌਣ ਵਾਰੂਗਾ। ਚਾਚੇ ਬਿਨਾਂ ਉਹਦੀ ਵਹੁਟੀ ਦੇ ਡੋਲੇ ਉੱਤੋਂ ਨੋਟ ਕੌਣ ਸੁੱਟੂਗਾ ਭਲਾ। ਉਹ ਵਿਹਲਾ ਬਹਿ ਕੇ ਸੋਚਦਾ ਰਹਿੰਦਾ। ਫਿਰ ਇੱਕ ਦਿਨ ਉਹ ਤੋਂ ਰਿਹਾ ਨਾ ਗਿਆ। ਉਹਨੇ ਆਪਣੇ ਚਾਚੇ ਦੇ ਨਾਂ ਇੱਕ ਬਹੁਤ ਹੀ ਮੁਹੱਬਤ ਭਰੀ ਚਿੱਠੀ ਲਿਖੀ, ਨਾਲ ਹੀ ਵੱਡੀ ਕੁੜੀ ਦਾ ਵਿਆਹ ਕਰਨ ਲਈ ਸਰਦੇ ਬਣਦੇ ਪੈਸੇ ਵੀ ਭੇਜੇ। 5-6 ਮਹੀਨੇ ਉਹਦੀ ਚਿੱਠੀ ਦਾ ਕੋਈ ਉੱਤਰ ਨਾ ਆਇਆ। ਪੈਸੇ ਪਹੁੰਚਣ ਦੀ ਰਸੀਦ ਮਿਲੀ, ਪਰ ਉਹਨੇ ਪਾੜ ਕੇ ਨਾਲੀ 'ਚ ਸੁੱਟਤੀ। ਤੇ ਉਸ ਦਿਨ ਉਹਨੇ ਆਪਣੇ ਇੱਕ ਨਜ਼ਦੀਕੀ ਦੋਸਤ ਨਾਲ ਬਹਿ ਕੇ ਰੱਜਵੀਂ ਸ਼ਰਾਬ ਪੀਤੀ ਤੇ ਫਿਰ ਆਪਣੇ ਘਰ ਦੀਆਂ, ਆਪਣੀ ਮਾਂ ਦੀਆਂ, ਆਪਣੇ ਚਾਚੇ ਦੀਆਂ, ਆਪਣੀਆਂ ਭੈਣਾਂ ਦੀਆਂ ਗੱਲਾਂ ਕੀਤੀਆਂ। ਉਹ ਅਸੀਂ ਜੱਟ ਹੁੰਨੇ ਆ ਕਿਹਾ ਕਿ ਉਹ ਗੱਲ ਸ਼ੁਰੂ ਕਰਦਾ ਤੇ ਆਪਣੇ ਜੱਟਪੁਣੇ ਦੇ ਗੁਣ ਗਾਉਂਦਾ ਗੱਲ ਕਿਧਰੋਂ ਕਿਧਰੇ ਲੈ ਜਾਂਦਾ। ਆਪਣੇ ਚਾਚੇ ਬਾਰੇ ਉਹਨੇ ਦੱਸਿਆ, ਭਈ ਨਿਰਾ ਜੱਟ, ਭਾਵੇਂ ਭੁੱਖਾ ਮਰਦਾ ਹੋਵੇ, ਪਿੰਡ ਆਏ ਥਾਣੇਦਾਰ ਨੂੰ ਸਲਾਮ ਨਹੀਂ ਕਰਦਾ, ਤੁਰੇ ਜਾਂਦੇ ਸਿਪਾਹੀ ਨੂੰ ਤੇ ਐਵੇਂ ਹੀ ਗਾਲ ਕੱਢ ਦਿੰਦਾ, ਬੈਠਾ ਬੈਠਾ ਬਾਣੀਏ ਦੇ ਹੂਰਾ ਲਾ ਦੂ, ਨਿੱਕੀ ਨਿੱਕੀ ਗੱਲ ਪਿੱਛੇ ਪਟਵਾਰੀ ਨਾ ਖੇਬੜ ਪੈਂਦਾ। ਕੇਵਲ ਗੁਰਦੁਆਰੇ ਦਾ ਭਾਈ ਆ ਜਿਹਨੂੰ ਉਹ ਭਾਈ ਜੀ ਕਹਿ ਕੇ ਬੁਲਾਉਂਦਾ। ਗਾਲ ਕੱਢਣ ਲੱਗਿਆਂ ਤੇ ਧਰਤੀ ਸਮਾਨ ਇੱਕ ਹੀ ਕਰ ਦਿੰਦਾ। ਇਹ ਕਿਵੇਂ ਹੋ ਸਕਦਾ ਵੀ ਉਹ ਆਪਣੀ ਧੀ ਦੇ ਪੈਸੇ ਵੱਟੇ। ਅੰਤ ਨੂੰ ਉਹ ਨਤੀਜਾ ਕੱਢ ਕੇ ਆਪ ਹੀ ਚੁੱਪ ਕਰ ਗਿਆ। ਇਹਨਾਂ ਗੱਲਾਂ ਦਾ ਬੋਝ ਉਹਦੇ ਮਨ ਤੇ ਵੱਧਦਾ ਗਿਆ ਤੇ ਰਾਤ ਨੂੰ ਉਹਨੂੰ ਨੀਂਦ ਨਾ ਪਈ। 6 ਮਹੀਨੇ ਹੋਰ ਲੰਘ ਗਏ ਜਦੋਂ ਉਹਨੂੰ ਇੱਕ ਗੁਰਮੁਖੀ ਅੱਖਰਾਂ 'ਚ ਲਿਖੀ ਹੋਈ ਚਿੱਠੀ ਮਿਲੀ। ਉਹਦੇ ਪਿੰਡ ਸਾਰੇ ਉਰਦੂ ਪੜ੍ਹੇ ਸਨ, ਪੰਜਾਬੀ ਤਾਂ ਉਹਦੇ ਨਾਨਕੀ ਦਾਦਕੀ ਕੋਈ ਨਹੀਂ ਸੀ ਜਾਣਦਾ। ਉਹ ਚਿੱਠੀ ਵੇਖ ਕੇ ਹੈਰਾਨ ਜਿਹਾ ਹੋ ਗਿਆ। ਵਰਕਾ ਪਰਤ ਕੇ ਜਦ ਉਹਨੇ ਚਿੱਠੀ ਦੀ ਆਖਰੀ ਸਤਰ ਵੇਖੀ ਤਾਂ ਟੁੱਟੇ ਜਿਹੇ ਅੱਖਰਾਂ 'ਚ ਬੰਤੋ ਲਿਖਿਆ ਸੀ।
ਪੰਜਾਬੀ ਧਨੇ ਨੂੰ ਵੀ ਚੰਗੀ ਤਰ੍ਹਾਂ ਨਹੀਂ ਸੀ ਆਉਂਦੀ, ਤੇ ਇਹ ਨਾਮ ਹੀ ਮਸਾਂ ਬੱਬਾ ਨੰਨਾ ਤੇ ਤੱਤਾ ਜੋੜ ਕੇ ਬਣਾਇਆ ਸੀ। ਚਿੱਠੀ ਉਹਦੀ ਭੈਣ ਬੰਤੋ ਨੇ ਲਿਖੀ ਸੀ। ਝਟਪਟ ਕਿਸੇ ਪੰਜਾਬੀ ਜਾਣਨ ਵਾਲੇ ਕੋਲ ਜਾ ਕੇ ਉਹਨੇ ਚਿੱਠੀ ਸੁਣੀ। ਪਰਮ ਪਿਆਰੇ ਵੀਰ ਧੰਨਾ ਸਿੰਘ ਜੀ, ਸੁੱਖ ਸਾਂਦ ਦਾ ਜ਼ਿਕਰ ਕਰਕੇ ਲਿਖਿਆ ਸੀ, ਆਪਣੇ ਰੋੜੀ ਵਾਲੇ ਟੋਭੇ ਉੱਤੇ ਜਿਹੜੇ ਬਾਬੇ ਰਹਿੰਦੇ ਨੇ ਉਹ ਸੁਰਗਵਾਸ ਹੋ ਗਏ ਨੇ ਜੀ। ਤਾਈ ਦੇ ਸੁਰਗਵਾਸ ਹੋਣ ਤੋਂ ਪਿੱਛੋਂ ਬਾਪੂ ਜੀ ਉਹਨਾਂ ਕੋਲ ਜਾਣ ਲੱਗ ਪਏ ਸੀ। ਬਾਪੂ ਜੀ ਉਹਨਾਂ ਦਾ ਜੀ ਲਾਈ ਰੱਖਦੇ ਸੀ ਜੀ। ਉਹ ਬਾਪੂ ਜੀ ਦੀਆਂ ਗੱਲਾਂ ਤੇ ਹੱਸਦੇ ਰਹਿੰਦੇ ਸੀ ਜੀ। ਵੀਰ ਜੀ ਉਹ ਬੜੇ ਚੰਗੇ ਸੀ ਜੀ, ਉਹਨਾਂ ਕੋਲ ਇੰਨੇ ਬੜੇ ਰੁਪਈਏ ਸੀ ਜੀ। ਬਾਪੂ ਜੀ ਉਹਨਾਂ ਦੇ ਭਗਤ ਬਣ ਗਏ ਸੀ ਜੀ। ਹੁਣ ਬਾਪੂ ਜੀ ਬਾਬਿਆਂ ਦੀ ਗੱਦੀ ਤੇ ਬੈਠੇ ਹੋਏ ਨੇ ਜੀ। ਵੀਰ ਜੀ ਮੈਨੂੰ ਤੇ ਚੰਨੋ ਨੂੰ ਗੁਜਰਪੁਰ ਵਿਆਹ ਦਿੱਤਾ ਹੈ ਜੀ। ਦੋਨੋਂ ਭਰਾ ਹੈ ਨੇ ਜੀ। ਚੰਨੋ ਦਾ ਪ੍ਰਾਹੁਣਾ ਬੜਾ ਚੰਗਾ ਹੈ ਜੀ। ਸਾਡਾ ਆਪਣਾ ਖੂਹ ਹੈ ਜੀ। ਖੇਤ ਵਿੱਚ ਸਾਡੀ ਹਵੇਲੀ ਹੈ ਜੀ। 2 ਮੱਝਾਂ ਨੇ ਜੀ। ਵੀਰ ਜੀ ਇੱਕ ਬੂਰੀ ਹੈ ਜੀ, ਦੂਜੀ ਕੁੰਡੀ ਹੈ ਜੀ। ਮੈਂ ਤੇ ਚੰਨੋ ਉਸ ਦਿਨ ਤੁਹਾਨੂੰ ਚੇਤੇ ਕਰ ਬੜੀਆਂ ਰੋਈਆਂ ਸੀ ਜੀ। ਸਾਡਾ ਮਿਲਣ ਨੂੰ ਬੜਾ ਜੀ ਕਰਦਾ ਹੈ ਜੀ। ਤੁਸੀਂ ਆਉਂਦੇ ਨਹੀਂ ਜੀ। ਆਪਣੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ ਜੀ। ਰੋੜੀ ਵਾਲੇ ਟੋਭੇ ਤੇ ਪਹਿਲਾਂ ਨਾਲੋਂ ਵੀ ਬਹੁਤ ਲੋਕੀ ਆਉਂਦੇ ਨੇ ਜੀ। ਬਾਪੂ ਜੀ ਪਰ ਗਾਲਾਂ ਕੱਢਣੋਂ ਨਹੀਂ ਹਟਦੇ ਜੀ। ਉਹ ਫਿਰ ਵੀ ਚੜਾਵੇ ਚਾੜ ਜਾਂਦੇ ਨੇ ਜੀ। ਬਾਪੂ ਜੀ ਸਾਨੂੰ ਵੀ ਗਾਲਾਂ ਕੱਢਦੇ ਨੇ ਜੀ। ਵੀਰ ਜੀ ਉਹ ਤਾਂ ਤੁਹਾਨੂੰ ਵੀ ਗਾਲਾਂ ਕੱਢਦੇ ਨੇ ਜੀ। ਉਹਨਾਂ ਦਾ ਗੁੱਸਾ ਨਾ ਕਰਨਾ, ਉਹ ਤਾਂ ਰੱਬ ਨੂੰ ਵੀ ਗਾਲਾਂ ਕੱਢਦੇ ਨੇ ਜੀ। ਉਂਝ ਉਹ ਪਾਗਲ ਨਹੀਂ, ਚੰਗੀਆਂ ਭਲੀਆਂ ਗੱਲਾਂ ਕਰਦੇ ਨੇ। ਆਪਣੇ ਗੁਰਦੁਆਰੇ ਦੇ ਭਾਈ ਸੁਰਗਵਾਸ ਹੋ ਗਏ ਨੇ। ਸਾਨੂੰ ਪੜ੍ਹਾਉਂਦੇ ਹੁੰਦੇ ਸੀ ਜੀ। ਹੰਸੋ ਜੀਤੋ ਵੀ ਮੰਗ ਦਿੱਤੀਆਂ ਨੇ। ਜਿਹੜੇ ਤੁਸੀਂ ਪੈਸੇ ਭੇਜੇ ਸੀ ਜੀ ਉਹ ਬਾਪੂ ਜੀ ਨੇ ਫੂਕ ਦਿੱਤੇ ਸੀ। ਉਹ ਬਾਬਿਆਂ ਵਾਂਗ ਹੀ ਕਰਦੇ ਨੇ ਜੀ। ਜਿਹੜੀ ਚੀਜ਼ ਹੱਥ ਲੱਗਦੀ ਆ ਫੂਕ ਦਿੰਦੇ ਨੇ ਜੀ। ਤੁਸੀਂ ਕਦੋਂ ਆਓਗੇ ਜੀ? ਆਪਣਾ ਭਾਣਜਾ ਨਹੀਂ ਦੇਖਣਾ ਜੀ? ਤੇ ਅੱਗੋਂ ਭੂਲ ਚੂਕ ਦੀ ਮਾਫੀ ਮੰਗੀ ਹੋਈ ਸੀ, ਜਾਂ ਨਿੱਕੀਆਂ ਭੈਣਾਂ ਵੱਲੋਂ ਸਤਿ ਸ੍ਰੀ ਅਕਾਲ ਤੇ ਚਾਚੀ ਵੱਲੋਂ ਬਹੁਤ ਬਹੁਤ ਪਿਆਰ ਸੀ। ਚਿੱਠੀ ਸੁਣ ਕੇ ਧੰਨੇ ਨੇ ਆਪਣੀ ਜੇਬ 'ਚ ਪਾ ਲਈ। ਧੰਨੇ ਨੂੰ ਜਿਵੇਂ ਯਕੀਨ ਜਿਹਾ ਹੀ ਨਹੀਂ ਸੀ ਆਉਂਦਾ ਵੀ ਇਹ ਸਭ ਹੋ ਕੀ ਗਿਆ। ਉਹ ਪੰਜਾਬੀ ਨਹੀਂ ਸੀ ਜਾਣਦਾ, ਫਿਰ ਵੀ ਚਿੱਠੀ ਨੂੰ ਖੋਲ੍ਹ ਕੇ ਇਦਾਂ ਤੱਕੀ ਜਾਂਦਾ ਸੀ ਵੀ ਜਿਵੇਂ ਉਹਨੂੰ ਹਰ ਗੱਲ ਦਾ ਮਤਲਬ ਪਤਾ ਲੱਗਦਾ ਹੋਵੇ। ਫਿਰ ਉਹਨੇ ਰੋੜੀ ਵਾਲੇ ਟੋਭੇ ਦੇ ਮਹੰਤ ਬਾਰੇ ਸੋਚਣਾ ਸ਼ੁਰੂ ਕੀਤਾ। ਉਹ ਤਾਂ ਜੋ ਉਸ ਨੂੰ ਮਿਲਦਾ ਸੀ ਨਸ਼ਟ ਹੀ ਕਰ ਦਿੰਦਾ ਸੀ। ਕੋਈ 5 ਗ੍ਰੰਥੀ ਲਿਆ ਕੇ ਦਿੰਦਾ ਤੇ ਵਰਕਾ ਪਾੜ ਦਿੰਦਾ। ਕੋਈ ਰੋਟੀ ਲਿਆ ਕੇ ਦਿੰਦਾ, ਕੁੱਤਿਆਂ ਨੂੰ ਪਾ ਦਿੰਦਾ। ਉਹਨੂੰ ਆਉਂਦਾ ਜਾਂਦਾ ਕੀ ਸੀ? ਗੁਣ ਗਿਆਨ 'ਚ ਤਾਂ ਉਹ ਧੰਨੇ ਦੇ ਚਾਚੇ ਨਾਲੋਂ ਵੀ ਕਿਆ ਗੁਜ਼ਰਿਆ ਸੀ। ਲੋਕ ਤਾਂ ਮੂਰਖ ਸਨ ਜਿਹੜੇ ਉਹਦੇ ਪਿੱਛੇ ਲੱਗੇ ਸੀ। ਉਹ ਸੋਚਦਾ ਉਹਦਾ ਚਾਚਾ ਵੀ ਉਸੇ ਤਰ੍ਹਾਂ ਕਰਦਾ ਹੋਊਗਾ। ਬੁਢਾਪੇ 'ਚ ਤੇ ਚੰਗੇ ਭਲੇ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ। ਉਹ ਸਾਧ ਤੇ ਲੁੱਚਾ ਸੀ ਸਿਰੇ ਦਾ। ਲੋਕ ਉਹਨੂੰ ਫਿਰ ਵੀ ਪੂਜਦੇ ਸੀ। ਠੀਕ ਹੀ ਲਿਖਦੀ ਹੈ ਬੰਤੋ, ਚਾਚੇ ਨੂੰ ਵੀ ਪੂਜਦੇ ਹੋਣਗੇ। ਉਹ ਗਾਲਾਂ ਕੱਢਣੋਂ ਨਹੀਂ ਹਟਦਾ ਹੋਣਾ। ਲੋਕਾਂ ਦਾ ਕੀ ਹੈ, ਜਿਹੜਾ ਡਰਾਵੇ ਉਹਦੇ ਤੋਂ ਡਰਦੇ ਨੇ। ਇਹ ਸਭ ਕੁਝ ਹੋ ਹੀ ਸਕਦਾ, ਪਰ ਉਹ ਸਾਧ ਕਿਉਂ ਬਣ ਗਿਆ ਮੂਰਖ? ਉਹਨੇ ਜੱਟਾਂ ਦਾ ਨਾਂ ਹੀ ਬਦਨਾਮ ਕਰ ਦਿੱਤਾ। ਕਿਧਰੇ ਚਾਚੀ ਨੇ ਬੰਤੋ ਤੇ ਚੰਨੋ ਦੇ ਪੈਸੇ ਤਾਂ ਨਹੀਂ ਵੱਟ ਲਏ, ਤੇ ਜਾਂ ਉਹ ਗੁਜਰਪੁਰ ਦੇ ਮੁੰਡਿਆਂ ਨਾਲ ਭੱਜ ਤੇ ਨਹੀਂ ਗਈਆਂ? ਉਹ ਵਲੈਤ ਬੈਠਾ ਆਪਣੇ ਚਾਚੇ ਨੂੰ ਗਾਲਾਂ ਕੱਢਦਾ। ਜੱਟ ਤੇ ਸਾਧ ਪੁਣਾ ਕੀ ਕਹੂ ਕੋਈ? ਜੱਟ ਤਾਂ ਜਮਾਂਦਰੂ ਹੀ ਸਾਧ ਹੁੰਦਾ। ਜੱਟ ਨਾਲ ਦਾ ਭਗਤ ਕੌਣ? ਸਾਰੀ ਦੁਨੀਆ ਦੇ ਮੂੰਹ ਹੀ ਰੋਟੀ ਪਾਉਂਦਾ। ਧੰਨਾ ਐਵੇਂ ਊਲ ਜੀਆਂ ਸੋਚਾਂ ਸੋਚਦਾ ਰਹਿੰਦਾ, ਤੇ ਫਿਰ ਉਹ ਬੰਤੋ ਤੇ ਚੰਨੋ ਦੇ ਪਰਿਵਾਰ ਬਾਰੇ ਸੋਚਣ ਲੱਗ ਜਾਂਦਾ। ਚੰਨੋ ਦੀ ਗੋਦੀ ਖੇਡਦੇ ਆਪਣੇ ਭਾਣਜੇ ਬਾਰੇ ਸੋਚਣ ਲੱਗ ਜਾਂਦਾ। ਆਪਣੀ ਗਹਿਣੇ ਧਰੀ ਜ਼ਮੀਨ ਬਾਰੇ ਸੋਚਦਾ, ਆਪਣੇ ਚਾਚੇ ਬਾਰੇ ਸੋਚਦਾ, ਤੇ ਆਪਣੀ ਜਾਤ ਦੀ ਹੋਈ ਨਰਾਦਰੀ ਬਾਰੇ ਸੋਚਦਾ ਰਹਿੰਦਾ। ਇੱਕ ਦਿਨ ਉਹਨੇ ਆਪਣੇ ਦੇਸ਼ ਦੀ ਟਿਕਟ ਲੈ ਲਈ, ਸ਼ਾਇਦ ਇਸ ਲਈ ਕਿ ਉਹ ਪਿੰਡ ਜਾ ਕੇ ਆਪਣੇ ਚਾਚੇ ਨੂੰ ਉਸ ਦੇ ਜੱਟ ਹੋਣ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਸੀ, ਤਾਂ ਜੋ ਉਹਦਾ ਮਹੰਤਪੁਣਾ ਛਡਵਾ ਦੇਵੇ। ਸਟੇਸ਼ਨ ਤੋਂ ਸਾਲਮ ਟਾਂਗਾ ਕਰਕੇ ਧੰਨਾ ਆਪਣੇ ਪਿੰਡ ਦੀ ਜੂਹ 'ਚ ਜਾ ਵੜਿਆ। ਅੰਗਰੇਜ਼ੀ ਢੰਗ ਦਾ ਉਹਨੇ ਕੋਟ ਪੈਂਟ ਪਾਇਆ ਸੀ। ਸਿਰ ਤੇ ਉਹਦੇ ਸਾਹਬਾਂ ਵਾਲਾ ਟੋਪ ਲਿਆ ਹੋਇਆ ਸੀ। ਹੱਥ 'ਚ ਉਹਦੇ ਇੱਕ ਛਟੀ ਸੀ। ਤਾਂਗੇ 'ਚ ਇੱਕ ਬਿਸਤਰਾ ਤੇ ਇੱਕ ਸੂਟਕੇਸ ਸੀ। ਉਹਦੀ ਜੇਬ 'ਚ ਪੈਸੇ ਵੀ ਸਨ, ਗਹਿਣੇ ਧਰੀ ਜ਼ਮੀਨ ਛਡਾਉਣ ਤੇ ਵਿਆਹ ਕਰਾਉਣ ਲਈ। ਪਿੰਡ ਦੀ ਜੂਹ 'ਚ ਵੜ ਕੇ ਰਸਤੇ 'ਚ ਸਭ ਤੋਂ ਪਹਿਲਾਂ ਰੋੜੀ ਵਾਲਾ ਟੋਭਾ ਹੀ ਆਉਂਦਾ ਸੀ। ਪਹਿਲਾਂ ਆਪਣੇ ਚਾਚੇ ਨੂੰ ਹੀ ਦੇਖ ਲਵਾਂ, ਉਹਨੇ ਸੋਚਿਆ। ਚਾਚੇ ਤੋਂ ਪਛਾਣਿਆ ਨਹੀਂ ਜਾਣਾ, ਉਹ ਸੋਚੀ ਗਿਆ। ਰੋੜੀ ਵਾਲਾ ਟੋਭਾ ਵੀ ਆ ਗਿਆ।
ਉਹਨੇ ਵੇਖਿਆ ਉਹਦਾ ਚਾਚਾ ਪਹਿਲਾਂ ਵਾਲੇ ਮੰਤ ਵਾਂਗ ਹੀ ਧੂਣੀ ਲਾਈ ਬੈਠਾ ਸੀ। ਲੋਕੀ ਉਸ ਨੂੰ ਮੱਥਾ ਟੇਕ ਕੇ ਅੱਖ ਬਚਾ ਕੇ ਚੜਾਵੇ ਵਾਲੀਆਂ ਚੀਜ਼ਾਂ ਅੰਦਰ ਇੱਕ ਕੋਠੇ 'ਚ ਰੱਖੀ ਜਾਂਦੇ ਸਨ। ਨਜ਼ਰੀ ਪੈ ਜਾਵੇ ਤੇ ਸ਼ਾਇਦ ਉਹ ਚੜਾਵਾ ਪ੍ਰਵਾਨ ਨਹੀਂ ਸੀ ਕਰਦਾ ਹੋਣਾ। ਧੰਨਾ ਟਾਂਗੇ 'ਚੋਂ ਛਾਲ ਮਾਰ ਕੇ ਉਤਰਿਆ ਤੇ ਆਪਣੇ ਚਾਚੇ ਦੇ ਸਾਹਮਣੇ ਜਾ ਕੇ ਖਲੋ ਗਿਆ। ਸਤਿ ਸ੍ਰੀ ਅਕਾਲ ਚਾਚਾ। ਉਹ ਕਿਹੜਾ ਸਤਿ ਸ੍ਰੀ ਅਕਾਲ ਵਾਲਾ? ਪੜੂਆ ਚਾਚੇ ਦਾ, ਉਹਦੇ ਮੰਤ ਚਾਚੇ ਨੇ ਆਪਣੇ ਅੰਦਾਜ਼ 'ਚ ਪੁੱਛਿਆ। ਚਾਚੇ ਨੂੰ ਸੁਣ ਕੇ ਧੰਨਾ ਜ਼ਰਾ ਕੁ ਝਿਜਕ ਗਿਆ, ਕੁਝ ਆਪਣੀ ਪਿਛਲੀ ਗਲਤੀ ਕਾਰਨ ਤੇ ਕੁਝ ਚਾਚੇ ਦੇ ਹੁਣ ਦੇ ਰੋਹਬ ਕਾਰਨ। ਉਹਦੇ ਚਾਚੇ ਦਾ ਹਾਲੀ ਗਿਆ ਹੀ ਕੀ ਸੀ? ਸਿਹਤ ਸੁੱਖ ਨਾਲ ਪਹਿਲਾਂ ਨਾਲੋਂ ਚੰਗੀ ਸੀ, ਰੋਹਬ ਪਹਿਲਾਂ ਨਾਲੋਂ ਚੌਗਣਾ ਸੀ ਤੇ ਚੜਾਵਾ ਚੜਾਉਣ ਵਾਲੇ ਲੋਕ ਥਰ-ਥਰ ਕੰਬਦੇ ਪਏ ਸੀ। ਉਹ ਬੋਲਦਾ ਕਿਉਂ ਨਹੀਂ ਉਹ ਸਹੁਰਿਆ ਵਹਿੜਿਆਂ ਦਿਆ? ਚਾਚਾ ਫੇਰ ਬੋਲਿਆ, ਮੈਂ ਚਾਚਾ ਧੰਨਾ ਤੇਰਾ ਭਤੀਜਾ, ਤੂੰ ਪਛਾਣਿਆ ਨਹੀਂ? ਉਹ ਥੋੜਾ ਝਿਜਕ ਕੇ ਬੋਲਿਆ, ਅੱਛਾ ਪਹਿਲਾਂ ਕਿਉਂ ਨਹੀਂ ਦੱਸਿਆ? ਧੰਨੇ ਦੇ ਚਾਚੇ ਨੇ ਧੰਨੇ ਦੇ ਮੂੰਹ 'ਚ ਆ ਕੇ ਕਿਹਾ, ਮੈਂ ਤੈਨੂੰ ਗਾਲ ਨਹੀਂ ਕੱਢਦਾ, ਇੱਧਰ ਆ। ਤੇ ਉਹਨੇ ਬਾਹੋਂ ਫੜ ਕੇ ਧੰਨੇ ਨੂੰ ਕੋਲ ਬਿਠਾ ਲਿਆ। ਕੋਲ ਖੜੇ ਬੰਦਿਆਂ ਨੂੰ ਉਹਨੇ ਝਿੜਕ ਕੇ ਭਜਾ ਦਿੱਤਾ ਤੇ ਧੰਨੇ ਨੂੰ ਜੱਫੀ ਪਾ ਕੇ ਕਹਿਣ ਲੱਗਾ, ਉਹ ਸਹੁਰਿਆ ਤੂੰ ਤੇ ਬਿਲਕੁਲ ਹੀ ਨਿਰਮੋਹਾ ਹੋ ਗਿਆ। ਮੈਂ ਤੇਰੇ ਲਈ ਇੰਨਾ ਕੁਝ ਕੀਤਾ। ਜਾ ਆਪਣੀ ਚਾਚੀ ਕੋ, ਰਾਤ ਨੂੰ ਮੈਂ ਆਉਣਾ, ਫਿਰ ਤੈਨੂੰ ਦੱਸਦਾ ਸਾਰਾ ਕੁਝ। ਦੂਰੋਂ ਆਉਂਦੀਆਂ ਸੰਗਤਾਂ ਵੇਖ ਕੇ ਉਹਨੇ ਮੋਹ ਮਾਇਆ ਦੀ ਜੱਫੀ ਖੋਲ੍ਹ ਦਿੱਤੀ। ਧੰਨਾ ਹੈਰਾਨ ਹੋ ਕੇ ਉਹਦੀ ਜੱਫੀ 'ਚੋਂ ਨਿਕਲਿਆ ਤੇ ਚੜਾਵਾ ਚੜ੍ਹਨ ਵਾਲੇ ਕੋਠੇ ਵੱਲ ਨੂੰ ਤੁਰ ਪਿਆ। ਅੰਦਰ ਜਾ ਕੇ ਉਹਨੇ ਵੇਖਿਆ ਕਿ ਦਾਣਿਆਂ ਦਾ ਬੋਲ ਲੱਗਾ ਸੀ। ਏਡਾ ਵੱਡਾ ਬੋਲ ਉਹਨੇ ਛੋਟੇ ਹੁੰਦਿਆਂ ਲੰਬੜਦਾਰਾਂ ਦੇ ਪਿੰਡ 'ਚ ਵੇਖਿਆ ਸੀ ਕਿਤੇ, ਜਿਸ ਦੀ 1000 ਵਿਗੇ ਜ਼ਮੀਨ ਸੀ। ਲੈ ਜਾ ਆਪਣਾ ਟਾਂਗਾ ਖਲੋਤਾ ਇੱਥੇ ਹੀ। ਬਾਹਰੋਂ ਉਹਦੇ ਚਾਚੇ ਦੀ ਆਵਾਜ਼ ਜਾਂ ਕਹਿ ਲੋ ਗਾਲ ਫਿਰ ਉਹਦੇ ਕੰਨੀ ਪਈ ਤੇ ਧੰਨੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਵਲੈਤ ਵਿੱਚ ਬੈਠਿਆਂ ਜੋ ਚਾਚੇ ਤੇ ਜੱਟ ਬਾਰੇ ਸੋਚਦਾ ਸੀ ਉਹ ਸੱਚ ਸੀ ਜਾਂ ਉਹ ਸਾਹਮਣੇ ਦੇਖ ਰਿਹਾ ਸੀ ਉਹ ਸੱਚ ਹੈ।